26 ਤਰੀਕ ਨੂੰ ਜਿਵੇਂ ਦੱਸਿਆ ਆ ਕਿ यूपी ਦੇ ਵਿੱਚ ਜ਼ਿਲ੍ਹਾ ਤਹਿਸੀਲ ਥਾਣਿਆਂ ਦੇ ਉੱਪਰ ਪ੍ਰੋਟੈਸਟ ਕਰਨ ਦਾ ਸੱਦਾ ਆ। ਅਸੀਂ ਸੁਪਰੀਮ ਕੋਰਟ 'ਚ ਆਪਣਾ ਵਕੀਲ ਖੜਾ ਕਰਾਂਗੇ। ਮੈਂ ਵੀ ਉਸ 'ਚ ਸ਼ਾਮਲ ਹੋਣਾ। ਸੁਪਰੀਮ ਕੋਰਟ ਦੇ ਵੱਡੇ ਵਕੀਲ ਭਾਨੂ ਪ੍ਰਤਾਪ ਜੀ ਔਰ ਹੋਰ ਵਕੀਲ ਸਾਹਿਬਾਨ ਵੀ ਵਿੱਚ ਸ਼ਾਮਲ ਹੋਣਗੇ। ਸਰਕਾਰ ਹਰ ਪਾਸੇ ਤੋਂ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ, ਘੇਰਨ ਲਈ, ਇਸ ਨੂੰ ਤਬਾਹ ਕਰਨ ਲਈ, ਇਸ ਨੂੰ ਉਠਾਉਣ ਲਈ ਹਰ ਹਰਬਾ ਵਰਤ ਰਹੀ ਹੈ। ਔਰ ਅਸੀਂ ਕਈ ਵਾਰੀ ਇਹ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੋਹਾਂ ਜੱਜਾਂ ਦੀਆਂ ਟਿੱਪਣੀਆਂ ਐ ਲੱਗਦਾ ਵੀ ਜਿਵੇਂ ਮੋਦੀ ਤੇ ਅਮਿਤ ਸ਼ਾਹ ਦੇ ਦਫ਼ਤਰ ਚੋਂ ਬਣ ਕੇ ਆਈਆਂ ਹੁੰਦੀਆਂ ਨੇ। ਸੂਰਿਆਕਾਂਤ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਜੱਜ ਰਹੇ ਨੇ, ਮਗਰੋਂ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦੇ ਚੀਫ ਜਸਟਿਸ ਰਹੇ ਨੇ, ਸਭ ਤੋਂ ਵੱਡੇ ਜੱਜ ਰਹੇ ਨੇ, ਤੇ ਹੁਣ ਸੁਪਰੀਮ ਕੋਰਟ 'ਚ ਨੇ। ਤਾਂ ਖੀਰੀ ਵਾਲੀ ਘਟਨਾ ਦੇ ਉੱਪਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੱਗਦਾ ਹੈ ਕਿ ਹਾਲੇ ਸੁਪਰੀਮ ਕੋਰਟ ਗੰਭੀਰ ਹੈਗੀ ਆ। ਔਰ ਜਦੋਂ ਕੋਈ ਇੱਦਾਂ ਦਾ ਠੰਡੀ ਹਵਾ ਦਾ ਬੁੱਲਾ ਆਉਂਦਾ ਤਾਂ ਤਸੱਲੀ ਵੀ ਦਿੰਦਾ ਵੀ ਠੀਕ ਹੈ, ਕੋਈ ਛਾਲੇ ਨਿਆਂ ਲੈਣ ਦੀ ਆਸ ਬੱਝੀ ਹੋਈ ਹੈ। ਉਹਨਾਂ ਨੇ यूपी ਦੀ ਸਰਕਾਰ, ਉਹਦੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਾਫੀ, ਜਿਹਨੂੰ ਕਹਿੰਦੇ, ਕਰੜੇ ਹੱਥੀ ਲਿਆ ਆ। ਕੱਲ ਮੋਰਚੇ ਦੀ ਮੀਟਿੰਗ ਸੀ, ਉਸ 'ਚ ਵੀ ਫੈਸਲਾ ਕੀਤਾ ਆ ਕਿ ਅਸੀਂ ਸੁਪਰੀਮ ਕੋਰਟ 'ਚ ਆਪਣਾ ਵਕੀਲ ਖੜਾ ਕਰਾਂਗੇ ਤੇ ਉਸ ਵਕੀਲ ਰਾਹੀਂ ਖੀਰੀ ਕਾਂਡ ਨਾਲ ਜੁੜੀ ਹੋਈ ਸਮੁੱਚੀ ਜਾਂਚ ਨੂੰ ਸੁਪਰੀਮ ਕੋਰਟ ਦੀ ਅਗਵਾਈ ਹੇਠ ਸਿੱਟ ਬਣੇ, ਜਿਹੜੀ ਜਾਂਚ ਟੀਮ ਹੈ, ਸਪੈਸ਼ਲ ਜਾਂਚ ਟੀਮ ਹੈ ਜਿਹੜੀ यूपी 'ਚ ਬਣੀ ਆ, ਉਹ ਸੁਪਰੀਮ ਕੋਰਟ ਦੀ ਅਗਵਾਈ ਹੇਠ ਬਣੇ ਤੇ ਉਹਦੀ ਅਗਵਾਈ ਹੇਠ ਜਾਂਚ ਹੋਵੇ। ਇਸ ਗੱਲ ਲਈ ਅਸੀਂ ਸੁਪਰੀਮ ਕੋਰਟ 'ਚ ਵਕੀਲ ਖੜਾ ਕਰਨ ਦਾ ਫੈਸਲਾ ਕੀਤਾ ਆ। ਉਸ ਮਾਮਲੇ 'ਚ ਸੰਯੁਕਤ ਮੋਰਚੇ ਦੀ ਕਾਨੂੰਨੀ ਸਲਾਹਕਾਰਾਂ ਦੀ ਇੱਕ ਟੀਮ ਘੱਟੋ ਘੱਟ 2 ਦਿਨਾਂ ਦੇ ਦੌਰੇ ਲਈ ਫੇਰ ਇੱਕ ਵਾਰੀ ਤਕੂਨੀਆਂ ਲਖੀਮਪੁਰ ਖੀਰੀ ਜਾ ਰਹੀ ਹੈ। ਭੰਗੂ ਸਾਹਿਬ ਉਹਦੇ ਕਨਵੀਨਰ ਨੇ, ਮੈਂ ਵੀ ਉਸ 'ਚ ਸ਼ਾਮਲ ਹੋਣਾ। ਸੁਪਰੀਮ ਕੋਰਟ ਦੇ ਵੱਡੇ ਵਕੀਲ ਭਾਨੂ ਪ੍ਰਤਾਪ ਜੀ ਔਰ ਹੋਰ ਵਕੀਲ ਸਾਹਿਬਾਨ ਵੀ ਵਿੱਚ ਸ਼ਾਮਲ ਹੋਣਗੇ, ਤਾਂ ਜੋ ਅਸੀਂ ਜਾ ਕੇ ਉੱਥੇ ਸਾਰੀਆਂ ਜਿਹੜੀਆਂ ਚੀਜ਼ਾਂ, ਥੋੜ੍ਹਾ ਹੋਰ ਹੌਸਲਾ ਜਾਂ ਪੈਰਵਾਈ ਲਈ ਜਿਸ ਤਰ੍ਹਾਂ ਦੀ ਹੋਰ ਲੋੜ ਹੈ ਉੱਥੋਂ ਦੇ ਲੋਕਾਂ ਨੂੰ, ਉਸ ਲਈ ਜੋ ਸਹਾਇਤਾ ਕਰ ਸਕਦੇ ਹਾਂ ਉਹ ਕਰੀਏ। ਤੋ ਇੱਕ ਤਾਂ ਇਹ ਮਾਮਲਾ ਤੁਹਾਡੀ ਜਾਣਕਾਰੀ 'ਚ ਲਿਆਉਣ ਦਾ ਵਿਚਾਰ ਸੀ ਮੇਰਾ ਕਿ ਇਸ ਮਾਮਲੇ ਨੂੰ ਅਸੀਂ ਐਂ ਨਹੀਂ ਛੱਡਿਆ ਹੋਇਆ। ਹਰ ਪੱਖ ਤੋਂ ਸੰਯੁਕਤ ਕਿਸਾਨ ਮੋਰਚਾ ਉਸ ਘਟਨਾ ਦਾ, ਜਿੱਥੇ ਸੰਘਰਸ਼ ਦਾ ਮੈਦਾਨ ਮੱਲਿਆ ਹੋਇਆ, 26 ਤਰੀਕ ਨੂੰ ਜਿਵੇਂ ਦੱਸਿਆ ਆ ਕਿ यूपी ਦੇ ਵਿੱਚ ਜ਼ਿਲ੍ਹਾ ਤਹਿਸੀਲ ਥਾਣਿਆਂ ਦੇ ਉੱਪਰ ਪ੍ਰੋਟੈਸਟ ਕਰਨ ਦਾ ਸੱਦਾ ਆ। ਇਹ ਸਾਰੇ ਦੇਸ਼ 'ਚ ਹੀ ਹੈ ਸੱਦਾ। ਉੱਥੇ ਆਪਾਂ 26 ਨੂੰ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ, ਉਹਦੇ ਲਈ ਵੀ ਸੱਦਾ ਦਿੱਤਾ ਆ। ਦੂਸਰਾ ਮਾਮਲਾ ਐਸਾ ਆ, ਉਸ ਡਬਲ ਬੈਂਚ ਕੋਲੇ ਲੱਗਿਆ, 2 ਜੱਜਾਂ ਦੇ ਬੈਂਚ ਕੋਲੇ ਲੱਗਿਆ, ਜਿਨ੍ਹਾਂ ਬਾਰੇ ਪਹਿਲਾਂ ਹੀ ਚਰਚਾ ਇਹ ਹੈ ਕਿ ਇਹ ਸਰਕਾਰ ਪੱਖੀ ਵਕੀਲ ਜੱਜ ਨੇ, ਜਿਨ੍ਹਾਂ ਦੀਆਂ ਪਿਛਲੇ ਦਿਨਾਂ 'ਚ ਵੀ ਟਿੱਪਣੀਆਂ ਇਸ ਤਰ੍ਹਾਂ ਦੀਆਂ ਆਈਆਂ ਨੇ ਜਿਹੜੀਆਂ ਨਿਆਂ ਦੇ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰਦੀਆਂ। ਉਹਨਾਂ ਦੀਆਂ ਟਿੱਪਣੀਆਂ ਇਹ ਜਿਹੀਆਂ ਸੀ ਕਿ ਗਲਾ ਘੁੱਟਦਾ ਦਿੱਲੀ ਵਾਸੀਆਂ ਦਾ। ਅੰਨ ਪੈਦਾ ਕਰਨ ਵਾਲਾ ਬੰਦਾ ਜਿਹੜਾ ਲਗਾਤਾਰ ਪਿਛਲੇ 11 ਮਹੀਨਿਆਂ ਤੋਂ 11 ਮਹੀਨੇ ਪੂਰੇ ਹੋ ਜਾਣੇ ਆ 26 ਤਰੀਕ ਨੂੰ ਬਾਰਡਰਾਂ ਤੇ ਬੈਠਾ ਇਸ ਗੱਲ ਦੀ ਦੁਹਾਈ ਪਾ ਰਿਹਾ
कि जिस विषय के उपर केंद्र कानून ही नहीं सी बना सकता, उस ते कानून बना के धर के और साडी जिंदगी का जिहड़ा जिन्हों कहिंदे कि नेस्तो नाबूद करने वाले पासे नूं तुर पए ने, उस दे खिलाफ असीं संघर्ष कर रहे हैं। उस मामले के उपर सुप्रीम कोर्ट च बहुत पटीशनां पईयां होईयां, पर उस ते कोई सुनवाई नहीं। पर वो जज्जां नूं ऐ लगदा कि गल घुटदा दिल्ली वासियां दा जे असीं इदां बैठे आ। एक बीबी गई आ, 6 वारी पहलां टिप्पणियां आईयां सी, पर हुण किसान लीडरां नूं 43 किसान लीडरां नूं शामिल करन दीयां कोशिशां कीतीआं जा रहीआं। तरलो मच्छी है सरकार। सरकार हर पासे तो मोर्चे नूं नुकसान पहुंचाउण लई, घेरन लई, इस नूं तबाह करन लई, इस नूं उठाउण लई हर हरबा वरत रही है। और असीं कई बार ये महसूस करते हैं कि उन्हां दोहां जज्जां दीयां टिप्पणियां ऐ लगदा भी जिवें मोदी ते अमित शाह दे दफ्तर चों बण के आईयां हुंदियां ने। इबारत उत्थों लिख के आउंदी है, वो तो सिर्फ बोलते ने अगे। इस करके बहुत सारे सवाल ले। एक बीबी का दर्द उन्होंने नज़र आ गया। इस देश की 70 करोड़ बसों जिहदी तबाही होनी है इन्हां कानूनां नाल, इस देश की 140 करोड़ बसों जिहड़ी भुखमरी के कगार ते पहुंचनी है। पिछले दिन ही फिर रिपोर्ट आई है जिहदे ते भारत के मंत्रियों ने इतराज़ जताया। की इतराज़ जताया कि यह ठीक अक्ष नहीं पेश किया देश का। की रिपोर्ट है वो? पहला साडा नंबर 116 चो 93वां सी दुनिया के लिस्ट च भी। असी किन्ना क लोकां नूं पौष्टिक अनाज दिन्ने आ जां भुखमरी दे मामले च असी दुनिया के हेठले देशों च शामिल हाँ। उदां कहंदे साडे कोले अनाज दे भंडार भरे ने, पर साडा देश भुखमरी दे सूचक अंक ते 116 चो 93 नंबर ते सी। उस तो पिछले साल च नवां आया, साडा दर्जा होर वध गया, 101 ते आ गए। ऐ ना समझो भी 93 तो गड्डी वध के 101 ते चली गई, भी शायद 8 दर्जे कोई असी अगाह नूं चले गए। 8 दर्जे होर डिग गए हैं हेठां नूं। तो जे अनाज इदां भंडे भरे हुए ने थोड़े भंडार और साडे देश भुखमरी की हालत यह है, तो साफ है कि जिहड़े कानून ने तो इस नूं होर भी अगाह लिजाणगे 101 तो भी। इस करके ये नहीं उन्होंने नज़र आउंदा कि असी इक्को लाइन वाले ऑर्डर पास करिए कि ये कानून गैर संविधानक ने, रद्द किए जाते हैं, तो सरकार MSP की गारंटी देवे, इन्हों ये कानून की कोई दिशा देवे, कोई निर्देश देवे सुप्रीम कोर्ट इस देश की सरकार नूं। वो नहीं करना। पर उन्होंने एक बीबी का वध सफ़र तकलीफ दिंदा। उहदा दिल्ली च तां नित नवे जाम लगते ने। कोई हाईवे देख लो, जे असी इत्थे ना भी बैठे होइए, जिन्ना सड़कों ते असी ना ही भी बैठे, दिल्ली नूं 20 रस्ते 20 22 50 रस्ते जाते हैं दिल्ली नूं वख-वख थावां तो। असी 6 मोर्चे ला के बैठे हाँ, इन्ने राह खुले ही ने। वो राहां दे विच किन्ने जाम लगते ने, वो साडे करके लगे ने। माड़ा जा कोई मीह पै जे, माड़ी जी कोई गल हो जाए, बड़े बड़े जाम लगते ने, लोग परेशान होंदे ने। इदां दियां रिटां अपने बंदियां तो, इदां दियां पटीशनां अपने बंदियां तो पवा के जिहड़ा फैसला सरकार करना चाहुंदी है सुप्रीम कोर्ट राहीं कराउणा चाहुंदी है। हुण भी साडी बदनामी ना होवे, असी लोकां नूं इह जचा दईए भी लै भी अदालत दा फैसला आया। असी इस झोले नूं, इस गोलमाल गल नूं समझ रहे हैं, पहलां भी समझदे हैं। इस करके इक्को ही गल कहनी है मैं तां कि इस देश की सर्वोच्च अदालत ने देखना कि उन्हें न्याय करना या अन्याय करना। जे अन्याय किया
ਤਾਂ ਸਾਡਾ ਫੈਸਲਾ ਬਹੁਤ ਸਪਸ਼ਟ ਹੈ, ਅਸੀਂ ਨਿਆਂ ਨਾਲ ਖੜਾਂਗੇ। ਅਸੀਂ ਫਿਰ ਸੁਪਰੀਮ ਕੋਰਟ ਦੇ ਕਿਸੇ ਅਨਿਆਂ ਨੂੰ ਮੰਨਾਂਗੇ ਨਹੀਂ, ਚਾਹੇ ਫੈਸਲਾ ਜੋ ਮਰਜ਼ੀ ਹੋਵੇ। ਇਸ ਲਈ ਇਹ ਸਵਾਲ ਪ੍ਰੀਖਿਆ ਦੀ ਘੜੀ ਆ। ਜੇ ਸਾਡਾ ਸਬਰ, ਸੰਤੋਖ, ਸੰਜਮ ਪਰਖਿਆ ਜਾ ਰਿਹਾ ਤਾਂ ਇਸ ਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਦੀ ਵੀ ਪ੍ਰੀਖਿਆ ਹੋ ਰਹੀ ਆ। ਪਾਰਲੀਮੈਂਟ ਦੀ ਪ੍ਰੀਖਿਆ ਅਸੀਂ ਪਿਛਲੇ ਸਾਲ ਦੇਖੀ ਸੀ ਕਿ ਜਿਸ ਪਾਰਲੀਮੈਂਟ ਦੀ ਬਹੁਤ ਦਹਾਈ ਦਿੰਦੇ ਨੇ, ਉਸ ਪਾਰਲੀਮੈਂਟ ਦੇ ਰਾਜ ਸਭਾ ਦੇ ਵਿੱਚ ਬਿਨਾਂ ਵੋਟਿੰਗ ਕਰਾਏ ਧੱਕੇ ਨਾਲ ਕਾਨੂੰਨ ਪਾਸ ਕਰਕੇ ਸਾਡੇ ਉੱਪਰ ਲਾਗੂ ਕੀਤੇ ਗਏ। ਕਿਹੜੀ ਜਮਹੂਰੀਅਤ ਹੈ, ਕਿਹੜੀਆਂ ਰਵਾਇਤਾਂ ਦੀ ਪਾਲਣਾ ਕੀਤੀ ਗਈ, ਸਾਰੀਆਂ ਕਦਰਾਂ ਕੀਮਤਾਂ ਛਿੱਕੇ ਟੰਗਤੀਆਂ। ਅਸੀਂ ਇਹ ਵੀ ਦੇਖਿਆ ਕਿ ਇਸ ਦੇਸ਼ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਦਮ ਤੋੜ ਦਿੱਤਾ ਮੋਦੀ ਸ਼ਾਹ ਦੀ ਜੋੜੀ ਦੇ ਸਾਹਮਣੇ। ਹੁਣ ਦੇਖਣਾ ਇਹ ਹੈ ਕਿ ਇਸ ਦੇਸ਼ ਦੀ ਸੁਪਰੀਮ ਕੋਰਟ ਕੀ ਇਸ ਜੋੜੀ ਦੇ ਸਾਹਮਣੇ ਝੁਕੂਗੀ ਜਾਂ ਨਿਆਂ ਦੇ ਪੱਖ 'ਚ ਖੜੂਗੀ। ਫਿਰ ਕਿਸੇ ਦੇ 20 ਮਿੰਟ 2 ਘੰਟੇ ਲੱਗਦੇ ਨੇ ਤਾਂ ਇਸੇ ਕੋਰਟ ਦਾ ਫੈਸਲਾ ਆ। ਅਸੀਂ ਉਹ ਕਮੇਟੀ ਮੰਨੀ ਨਹੀਂ ਸੀ, ਪਰ ਉਸ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਆ। ਉਹਦੇ ਮੈਂਬਰਾਂ ਨੇ ਚਿੱਠੀਆਂ ਲਿਖੀਆਂ ਕਿ ਸਾਡੀ ਰਿਪੋਰਟ ਜਨਤਕ ਤਾਂ ਕਰ ਦਿਓ। ਉਹ ਰਿਪੋਰਟ ਜਨਤਕ ਨਹੀਂ ਕੀਤੀ। ਉਹ ਅਪ੍ਰੈਲ ਦੀ ਆਈ ਹੋਈ ਹੈ, 2 ਮਹੀਨੇ ਲਈ ਬਣਾਈ ਸੀ ਇਹਨਾਂ ਨੇ। ਉਹ ਕਿਉਂ ਨਹੀਂ ਜਨਤਕ ਹੁੰਦੀ? ਇਸ ਦੇਸ਼ 'ਚ ਬਹੁਤ ਸਾਰੀਆਂ ਪਟੀਸ਼ਨਾਂ ਨੇ। ਇੱਕ ਕੋਈ NGO ਹੈ, ਉਹਨੇ ਇੱਕ ਪਟੀਸ਼ਨ ਪਾਈ ਹੋਈ ਹੈ ਕਿ ਸਿਆਸੀ ਪਾਰਟੀਆਂ ਨੂੰ ਕਿੰਨਾ ਚੰਦਾ ਆਉਂਦਾ, ਕਿਵੇਂ ਬੌਂਡ ਆਉਂਦੇ ਨੇ। ਇਹਦੇ ਤੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਹੋਈ ਹੈ 2017 ਦੀ। 2021 ਮੁੱਕਣ ਤੇ ਚੱਲਿਆ, 4-5 ਸਾਲ ਹੋ ਗਏ, 2-4 ਤਰੀਕਾਂ ਤੋਂ ਵੱਧ ਨਹੀਂ ਪਾਈਆਂ। ਰੌਲਾ ਕੀ ਹੈ ਕਿ ਇਹਨਾਂ ਨੂੰ ਮਨਾਮੂਹੀ ਚੰਦਾ ਆਉਂਦਾ ਆ। ਜਿਨ੍ਹਾਂ ਕਾਰਪੋਰੇਟਾਂ ਤੋਂ ਚੰਦਾ ਲੈਂਦੇ ਨੇ ਉਹਨਾਂ ਦੇ ਹੱਕ 'ਚ ਹੀ ਕਾਨੂੰਨ ਬਣਾਉਂਦੇ ਨੇ, ਉਹਦੇ ਤੇ ਕੋਈ ਸੁਣਵਾਈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਵਰਿਆਂ ਤੋਂ ਰੁਲਦੀਆਂ ਨੇ, ਉਹ ਨਹੀਂ ਨਜ਼ਰ ਆਉਂਦੀਆਂ ਉਹਨਾਂ ਨੂੰ। ਇਸ ਤੇ ਨਜ਼ਰ ਆਉਂਦਾ ਕਿ ਤਕਲੀਫ ਹੈ ਜਦੋਂ ਕਿ ਇੰਨੇ ਰਾਹ ਖੁੱਲੇ ਨੇ। ਇਹ ਵੀ ਰਾਹ ਉਹਨਾਂ ਨੇ ਆ ਢੰਗ ਨਾਲ ਖੋਲ੍ਹਿਆ ਹੋਇਆ, ਔਰ ਅਸੀਂ ਲੋਕਾਂ ਦੀ ਮੁਸ਼ਕਲ ਨੂੰ ਸਮਝਦੇ ਹੋਏ ਇਹ ਚੱਲਦਾ ਆ ਰਾਹ। ਇਹ ਉਹਨਾਂ ਨਾਲੋਂ ਚੰਗਾ ਚੱਲਦਾ ਜਿਨ੍ਹਾਂ ਤੇ ਮਾੜੀਆਂ ਗੱਲਾਂ ਤੇ ਇਹਨਾਂ ਦੇ ਇਲਜ਼ਾਮ ਲੱਗਦੇ ਨੇ। ਇਸ ਕਰਕੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਆ ਕਿ ਫੈਸਲਾ ਉਹ ਦਿਓ ਜਿਹੜਾ ਲੋਕਾਂ ਦੇ ਹਿੱਤ 'ਚ ਹੋਵੇ, ਨਿਆਂ ਦੇ ਹਿੱਤ 'ਚ ਹੋਵੇ। ਫੈਸਲਾ ਉਹ ਨਾ ਸੁਣਾਇਓ ਕਿ ਅਸੀਂ ਸੁਪਰੀਮ ਕੋਰਟ ਦੇ ਨਾਲ ਵੀ ਸਿਆਸੀ ਮੱਥਾ ਲਾਉਣ ਲਈ ਮਜਬੂਰ ਹੋਈਏ। ਇਹ ਆਸ ਕਰਦੇ ਹਾਂ ਅਸੀਂ। ਇਸ ਕਰਕੇ ਉਮੀਦ ਹੈ ਕਿ ਇਸ ਗੱਲ ਨੂੰ ਕੋਰਟ ਸਮਝੂਗੀ। ਤਰੀਕ ਪਾਈ ਆ ਅਗਲੀ, ਇਹ ਤਰੀਕਾਂ ਉਮੀਦ ਹੈ ਕਿ ਤਰੀਕਾਂ ਹੀ ਪਾਈ ਜਾਣ ਤੇ ਚੰਗੀ ਗੱਲ ਆ। ਜੇ ਸਰਕਾਰ ਨੂੰ ਨਿਰਦੇਸ਼ ਨਹੀਂ ਦੇ ਸਕਦੇ, ਜੱਜਾਂ ਨੇ ਆਪਣੀ ਚਮੜੀ ਬਚਾਉਣੀ ਆ, ਤਾਂ ਫਿਰ ਲੋਕਾਂ ਨੇ ਆਪਣਾ ਨਿਆਂ ਕਰ ਲੈਣਾ, ਮੋਰਚਾ ਚਲਾਉਂਦੇ ਰਹਿਣਾ। ਨਹੀਂ ਤਾਂ ਨਿਆਂ ਕਰੋ। ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਤੇ ਮੈਂ ਬਹੁਤ ਪ੍ਰਤੀਕਰਮ ਦੇ ਸਕਦਾ, ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗਾ, ਪਰਸੋਂ ਇਸ ਦੇਸ਼ ਦੇ ਇੱਕ ਰੀਡ ਵਾਲੇ ਪੱਤਰਕਾਰ ਨੇ, ਰਵੀਸ਼ ਕੁਮਾਰ ਨੇ ਪ੍ਰਾਈਮ ਟਾਈਮ ਕੀਤਾ ਇੱਕ, ਉਹ ਅਦਾਲਤਾਂ ਦੇ ਇਸੇ ਗੱਲ ਤੇ ਟਿੱਪਣੀ ਆ। ਉਹ ਮੇਰਾ ਵੀਰ ਜੇ ਕਿਸੇ ਨੂੰ ਵੀ ਮਿਲੇ ਤਾਂ ਸੁਣਿਓ ਜ਼ਰੂਰ। ਉਹਨੇ ਬਹੁਤ ਡਿਟੇਲ ਕੱਢੀ ਹੈ ਕਿ ਕਿਹੜੇ ਲੋਕ ਹਿੱਤ ਦੇ ਫੈਸਲੇ ਸੁਪਰੀਮ ਕੋਰਟ 'ਚ ਵਰਿਆਂ ਤੋਂ ਰੁਲਦੇ ਫਿਰਦੇ ਨੇ, ਸੁਪਰੀਮ ਕੋਰਟ ਕੋਈ ਕਮੈਂਟ ਨਹੀਂ ਕਰਦੀ। ਇੱਕ ਬੀਬੀ ਦੇ 20 ਮਿੰਟਾਂ ਦੀ ਬਜਾਏ 2 ਘੰਟੇ ਲੱਗਣ ਤੇ, ਹਾਲਾਂਕਿ ਲੱਗਦੇ ਨਹੀਂ, ਉਹ ਲੱਗਣ ਤੇ ਵੀ ਪ੍ਰਤੀਕਰਮ ਇਦਾਂ ਦਾ ਦਿੱਤਾ ਜਾ ਰਿਹਾ ਜਿਹੜਾ ਇਸ ਦੇਸ਼ ਦੀ 140 ਕਰੋੜ ਵਸੋਂ ਨੂੰ ਪ੍ਰਭਾਵਿਤ ਕਰੂਗਾ। ਔਰ ਜੇ ਨਿਆਂ ਦਾ ਤਕਾਜ਼ਾ ਇਹ ਆ ਕਿ ਜੇ ਸੁਪਰੀਮ ਕੋਰਟ ਨੇ 140 ਕਰੋੜ ਲੋਕਾਂ ਦੇ ਖਿਲਾਫ ਫੈਸਲਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਉਹ ਮਨਜ਼ੂਰ ਨਹੀਂ ਹੋਊਗਾ। ਇੰਨੀਆਂ ਕੁ ਬੇਨਤੀ ਕਰਦਾ ਹੋਇਆ ਆਪਣੀ ਥਾਂ ਲੈਣਾ। ਉਮੀਦ ਹੈ ਕਿ ਤੁਸੀਂ ਜੁੜੇ ਰਹੋਗੇ ਇਸ ਮੋਰਚੇ ਨੂੰ। ਇਹਦੇ ਤੇ ਬਹੁਤ ਸਾਰੇ ਚਿੰਤਾ ਦੇ ਬੱਦਲ ਨੇ।
ਤੁਸੀਂ ਇਸ ਦੇ ਸੱਦਿਆਂ ਨੂੰ ਹੁੰਗਾਰਾ ਭਰਦੇ ਹੋਏ ਇਸ ਔਖੇ ਸਮੇਂ 'ਚੋਂ ਵੀ ਮੋਰਚੇ ਨੂੰ ਕੱਢ ਕੇ ਆਪਾਂ ਬੇੜੀ ਅੱਗੇ ਲੈ ਕੇ ਜਾਵਾਂਗੇ, ਪਾਰ ਲਵਾਵਾਂਗੇ। ਸਾਰਿਆਂ ਦੇ ਰਲ ਮਿਲ ਕੇ ਸਹਿਯੋਗ ਨਾਲ ਹੈ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।